विद्यार्थियों, 5वां 6वां ਅਤੇ 7ਵਾਂ ਪਾਠ ਇਸੇ ਚੈਪਟਰ ਦਾ ਲੈ ਕੇ ਇੱਕ ਵਾਰ ਫਿਰ ਹਾਜ਼ਰ ਹਾਂ। ਪਾਠ ਨੂੰ ਅੱਗੇ ਤੋਰਦਿਆਂ ਪੜ੍ਹਦੇ ਹਾਂ। ਪਾਠ 5 ਭਾਗ 5ਵਾਂ। ਜਦ ਫਿੱਕਾ ਬੋਲਣ ਲੱਗੀਏ ਤਦ ਵਿਚਾਰ ਕਰ ਲਈਏ ਕਿ ਸਾਡੇ ਸਿਦਕ ਤੇ ਵਿਸਮਾਦ ਤੇ ਜੀਵਨ ਦੀ ਕਮਾਲ ਸਾਦਗੀ ਦੀ ਅਸਲੀਅਤ ਨੂੰ ਫੂਕ ਸੁੱਟਣ ਵਾਲੀ ਇਹ ਭਾਅ ਹੈ। ਕੀਰਤੀ ਕਰਨਾ ਇੱਕ ਆਚਰਣ ਹੈ। ਗੁਰੂ ਅਮਰਦਾਸ ਜੀ ਵਾਲੇ ਬਖਸ਼ੇ ਪੱਬੇ ਬੜੇ ਚੰਗੇ ਹਨ। ਉਹਨਾਂ ਵਿੱਚ ਕੀਰਤ ਕਰਨ ਵਾਲਾ ਡੂੰਘਾ ਤੇ ਸੁੱਚਾ ਆਚਰਣ ਹੈ। ਇਹਨਾਂ ਸਤਰਾਂ ਵਿੱਚ ਪ੍ਰੋਫੈਸਰ ਪੂਰਨ ਸਿੰਘ ਜੀ ਲਿਖਦੇ ਹਨ ਕਿ ਜਦੋਂ ਵੀ ਫਿੱਕਾ ਬੋਲਣ ਲੱਗੀਏ ਤਾਂ ਇਹ ਵਿਚਾਰ ਕਰ ਲੈਣਾ ਚਾਹੀਦਾ ਹੈ ਕਿ ਸਾਡੇ ਜੀਵਨ ਅੰਦਰ ਵਿਸ਼ਵਾਸ ਤੇ ਹੈਰਾਨੀ ਐਸੀ ਕਮਾਲ ਦੀ ਸਾਦਗੀ ਹੈ ਜੋ ਇਸ ਫਿੱਕਾ ਬੋਲਣ ਦੀ ਅੱਗ ਵਿੱਚ ਸੜ ਕੇ ਸੁਆਹ ਹੋ ਜਾਂਦੀ ਹੈ। ਵਡਿਆਈ ਕਰਨਾ ਇੱਕ ਵਿਵਹਾਰ ਹੈ। ਇੱਥੇ ਗੁਰੂ ਅਮਰਦਾਸ ਜੀ ਦੁਆਰਾ ਦਿੱਤੇ ਹੋਏ ਭੱਬਿਆਂ ਬਾਰੇ ਚਰਚਾ ਕਰਦਾ ਹੈ ਕਿ ਭੱਬੇ ਬੜੇ ਚੰਗੇ ਲੱਗਦੇ ਹਨ ਕਿਉਂਕਿ ਉਹਨਾਂ ਵਿੱਚ ਕੀਰਤ, ਵਡਿਆਈ ਕਰਨ ਵਾਲਾ ਗਹਿਰਾ ਅਤੇ ਸੁੱਚਾ ਵਿਵਹਾਰ ਛੁਪਿਆ ਹੋਇਆ ਹੈ। ਗੁਰੂ ਅਮਰਦਾਸ ਜੀ ਜੋ ਸਿੱਖਾਂ ਦੇ ਤੀਜੇ ਗੁਰੂ ਹਨ, ਉਹਨਾਂ ਨੇ ਬੀਬੀ ਭਾਨੀ ਜੀ ਨੂੰ ਉਹਨਾਂ ਦੇ ਵਿਆਹ ਮੌਕੇ ਤੇ ਦਾਜ ਵਿੱਚ 3 ਭੱਬੇ ਬਖਸ਼ੇ ਸਨ। ਉਹ ਸੀ ਪੱਬਾ ਭਲਾ ਜੀ, ਪੱਬਾ ਭੁੱਲਾ ਜੀ ਅਤੇ ਪੱਬਾ ਬਾਣਾ ਜੀ। ਅਰਥਾਤ ਹਮੇਸ਼ਾ ਭਲਾ ਕਰਨ ਦਾ ਵਿਚਾਰ ਮਨ ਵਿੱਚ ਰਹੇ ਤੇ ਭਲਾ ਤਾਂ ਹੀ ਹੋਵੇਗਾ ਜੇ ਦੂਜਿਆਂ ਦੀ ਵਡਿਆਈ ਕਰੋਗੇ, ਭਾਵ ਦੂਜਿਆਂ ਨੂੰ ਵਡਿਆਈ ਯੋਗ ਸਮਝੋਗੇ। ਹਮੇਸ਼ਾ ਖੁਦ ਨੂੰ ਭੁੱਲਣਹਾਰ ਮਹਿਸੂਸ ਕਰੋਗੇ। ਦੂਜਾ ਭੱਬਾ ਹੈ ਭੁੱਲਾ, ਭਾਵ ਹਮੇਸ਼ਾ ਦੂਜਿਆਂ ਦਾ ਭਲਾ ਕਰੋਗੇ ਤੇ ਆਪਣੇ ਆਪ ਨੂੰ ਭੁੱਲਣਹਾਰ ਮਹਿਸੂਸ ਕਰੋਗੇ ਕਿਉਂਕਿ ਕੋਈ ਵੀ ਮਨੁੱਖ ਪੂਰਨ ਨਹੀਂ ਹੈ। ਪੂਰਨ ਕੇਵਲ ਤੇ ਕੇਵਲ ਇੱਕ ਪਰਮਾਤਮਾ ਹੈ। ਖੁਦ ਨੂੰ ਹਮੇਸ਼ਾ ਭੁੱਲਣਹਾਰ ਸਮਝੋਗੇ ਤਾਂ ਹੀ ਖੁਦ ਨੂੰ ਵੱਡਾ ਜਾਂ ਰੱਬ ਨਹੀਂ ਸਮਝੋਗੇ ਅਤੇ ਰੱਬ ਦੀ ਸਿਫਤ ਸਲਾਹ ਕਰੋਗੇ। ਤੇ ਤੀਜਾ ਹੈ ਭਾਣਾ, ਉਸ ਪ੍ਰਭੂ ਦਾ ਭਾਣਾ ਮੰਨਣਾ। ਜੇਕਰ ਉੱਪਰਲੇ 2 ਭੱਬੇ ਭਾਵ ਭਲਾ ਤੇ ਭੁੱਲਾ ਸਾਡੀ ਜ਼ਿੰਦਗੀ ਵਿੱਚ, ਸਾਡੇ ਜੀਵਨ ਵਿਵਹਾਰ ਵਿੱਚ ਆ ਜਾਣ ਤਾਂ ਤੀਜਾ ਭਾਣਾ ਮੰਨਣਾ ਵੀ ਆਪਣੇ ਆਪ ਹੀ ਆ ਜਾਵੇਗਾ। ਪਰ ਨੱਕ ਚਾੜਨਾ ਤੇ ਆਪਣੀ ਚਿੜੀ ਵਰਗੀ ਅਕਲ ਨਾਲ ਅਸਗਾ, ਜਿਹੜਾ ਕਿ ਇੱਕ ਮੋਮ ਦੀ ਬੱਤੀ ਦੇ ਬਲਣ ਵਿੱਚ ਪ੍ਰਤੱਖ ਤੇ ਗੁਪਤ ਹੈ, ਨੂੰ ਪਿਆ ਤੋਲਣਾ ਅਤੇ ਹਿਸਾਬ ਲਾਣੇ, ਇਹ ਆਚਰਣ ਨੂੰ ਨਿੱਕਾ ਅਤੇ ਭੈੜਾ ਕਰਦਾ ਹੈ। ਹੁਣ ਜੇਕਰ ਅਸੀਂ ਹਮੇਸ਼ਾ ਸੋਚੀ ਜਾਈਏ ਕਿ ਇੰਨਾ ਨਿੱਕਾ, ਇੰਨਾ ਭੈੜਾ, ਜਦੋਂ ਅਸੀਂ ਚਿੜੀ ਵਰਗੀ ਅਕਲ ਦੇ ਸਹਾਰੇ ਕੁਦਰਤ ਤੇ ਨੱਕ ਮੂੰਹ ਚਾੜਦੇ ਹਾਂ, ਉਸ ਬੇਅੰਤ ਪ੍ਰਭੂ ਪ੍ਰਤੀ ਹਿਸਾਬ ਕਿਤਾਬ ਲਾਉਣ ਲੱਗਦੇ ਹਾਂ, ਜਦ ਕਿ ਉਹ ਪ੍ਰਭੂ ਇੱਕ ਮੋਮਬੱਤੀ ਦੇ ਬਲਣ ਵਿੱਚ ਨਜ਼ਰ ਆਉਂਦਾ ਹੈ ਤੇ ਅਦ੍ਰਿਸ਼ ਵੀ ਹੋ ਜਾਂਦਾ ਹੈ। ਅੱਗੇ ਭਾਈ ਸਾਹਿਬ ਦੱਸਦੇ ਹਨ ਕਿ ਆਦਮੀ ਕੋਈ ਖਿਡੌਣਾ ਤਾਂ ਨਹੀਂ, ਕੁਦਰਤ ਕੋਈ ਮੰਤਕ ਦੀ ਕਿਤਾਬ ਤਾਂ ਨਹੀਂ, ਜੀਵਨ ਦੀ ਦਿਲ ਧੜਕਾਂ ਦੀ ਪ੍ਰਵਾਨਗੀ ਹੈ। ਜੀਵਨ ਦੀ ਦਿਲ ਧੜਕਾਂ ਦੀ ਪ੍ਰਵਾਨਗੀ ਹੈ। ਇਸ ਵਿੱਚ ਮੰਤਕੀ ਅਸੂਲਾਂ ਦਾ ਗੱਠਾ ਬੰਨ੍ਹ ਕੇ ਮੋਢੇ ਤੇ ਚੁੱਕੀ ਫਿਰਨਾ ਕੋਈ ਗੁੱਝੀ ਗੱਲ ਤਾਂ ਨਹੀਂ। ਮਜ਼ਦੂਰ ਟੋਕਰੀ ਚੁੱਕੀ ਜਾ ਰਿਹਾ ਹੈ, ਮੌਲਵੀ ਕਿਤਾਬਾਂ, ਪਾਦਰੀ ਹੋਰ ਅਸੂਲ ਅਤੇ ਪੰਡਤ ਹੋਰ ਅਸੂਲ, ਭਾਵ ਹਰ ਕੋਈ ਆਪਣੇ ਆਪਣੇ ਧਰਮ ਦਾ ਡੰਕਾ ਵਜਾ ਰਿਹਾ ਹੈ। ਇਹਨਾਂ ਬੜੇ ਅਸੂਲਾਂ ਵਿੱਚੋਂ ਤਾਂ ਜੀਵਨ ਦੇ 2 ਪੱਤੀਆਂ ਸ਼ਗੂਠਾ ਫੁੱਟ ਕੇ ਨਹੀਂ ਨਿਕਲਣਾ। ਉਹ ਤਾਂ ਅਨੰਤ ਧਰਤੀ ਵਿੱਚੋਂ ਸਮਾਂ ਪਾ ਕੇ ਫੁੱਟਣਾ ਹੈ। ਭਾਵ ਉਸ ਸਮੇਂ ਜਦੋਂ ਆਪਾਂ ਕਿਸੇ ਨੂੰ ਬੀਜ ਬੀਜਦੇ ਹਾਂ, ਉਹਨੇ ਤਾਂ ਉਸੇ ਟਾਈਮ ਨਹੀਂ ਫੁੱਟ ਜਾਣਾ ਨਾ, ਉਹਨੇ ਸਮਾਂ ਪਾ ਕੇ ਹੀ ਫੁੱਟਣਾ ਹੈ। ਜੀਵਨ ਤੇ ਆਚਰਣ ਕੁਦਰਤ ਤੇ ਸਾਦਾ ਪਰ ਅਸਗਾ ਦਿਲ ਧੜਕਾਂ ਦੇ ਰਵਾਨਾ ਦਰਿਆ ਵਿੱਚੋਂ ਕੋਈ ਕਮਲ ਫੁੱਲ ਦੀ ਨਿਕਲੀ ਡੋਡੀ ਹੈ, ਜਿਸ ਵਿੱਚ ਹੀਰੇ ਦੀ ਚਮਕ, ਪ੍ਰਾਣਾਂ ਵਾਲੀ ਜੀਂਦੀ ਕੋਈ ਭੇਤ ਹੋਰ ਹੈ, ਜਿਹੜਾ ਅੰਦਰੋਂ ਬਾਹਰੋਂ ਮਿੱਠਾ ਹੈ ਅਤੇ ਮਿੱਠੇ ਵਚਨ ਕਰਦਾ ਹੈ। ਉਹ ਕੁਦਰਤ ਦੀ ਧੜਕ ਵਿੱਚ ਆਪਣੇ ਅੰਦਰ ਦੀ ਧੜਕ ਸੁਣ ਰਿਹਾ ਹੈ। ਸੁੱਚੇ ਆਚਰਣ ਵਾਲਿਆਂ ਦੀ ਸਰਲਤਾ ਅਤੇ ਸਾਦਗੀ ਵੱਲ ਇਸ਼ਾਰਾ ਹੈ। ਰਿਆਕਾਰ ਅਤੇ ਠੱਗ ਬਾਹਰੋਂ ਬੜੇ ਮਿੱਠੇ ਅਤੇ ਅੰਦਰੋਂ ਕਸਾਈ ਹੁੰਦੇ ਹਨ। ਉਹ ਹਾਲੇ ਮੁਰਦੇ ਪੱਥਰ, ਅਲਮਾਸ ਤੇ ਹੀਰੇ ਹਨ। ਉਹਨਾਂ ਨੂੰ ਹਾਲੇ ਜੀਵਨ ਵਿੱਚ ਕਣੀ ਪ੍ਰਾਪਤ ਹੋਣੀ ਹੈ, ਪਰ ਜਿਸ ਨੂੰ ਕੁਦਰਤ ਦੀ ਜਿੰਦ ਦੀ ਖਬਰ ਮਿਲ ਗਈ ਹੈ, ਉਸ ਦੇ ਦਿਲ ਦੇ ਪਰਦੇ ਆਪ ਮੁਹਾਰੇ ਉੱਡਰ ਜਾਂਦੇ ਹਨ। ਕਪਾਟ ਜਿਹੜੇ ਬੰਦ ਹਨ ਉਹ ਖੁੱਲ੍ਹ ਜਾਂਦੇ ਹਨ। ਇਹਦੀਆਂ ਸਭ ਦਿਲ ਥਾਵਾਂ ਅਨੰਤ ਗਗਨ ਦੀ ਖੁਸ਼ੀ ਨਾਲ ਭਰੀਆਂ ਹਨ ਅਤੇ ਉਹ ਧੋਖਾ
ਕਰ ਹੀ ਨਹੀਂ ਸਕਦਾ। ਆਪ ਤਾਂ ਰਿਹਾ ਹੀ ਨਹੀਂ, ਪਰਦਾ ਕਿਸ ਉੱਪਰ ਪਾਵੇ। ਕੂੜਾ ਕਰਕਟ ਸਭ ਖੁਸ਼ੀ ਦੀ ਅੱਗ ਨੇ ਜਲਾ ਦਿੱਤਾ ਹੈ। ਸੋ ਇਹਨਾਂ ਆਖਰੀ ਪੰਕਤੀਆਂ ਵਿੱਚ ਭਾਈ ਸਾਹਿਬ ਕਹਿੰਦੇ ਹਨ ਕਿ ਜਿਹੜੇ ਦਰਵਾਜ਼ੇ ਬੰਦ ਸੀ, ਜਦੋਂ ਅਸੀਂ ਪਰਮਾਤਮਾ ਨੂੰ ਸਮਝਦੇ ਹਾਂ ਕਿ ਕੁਦਰਤ ਵਿੱਚ ਹੀ ਕਾਦਰ ਵਸਦਾ ਹੈ, ਤਾਂ ਉਦੋਂ ਕੀ ਹੁੰਦਾ ਹੈ, ਜਿਹੜੇ ਦਰਵਾਜ਼ੇ ਬੰਦ ਸੀ ਅਕਲ ਦੇ, ਉਹ ਖੁੱਲ ਜਾਂਦੇ ਹਨ, ਅਰਥਾਤ ਮਨ ਦੇ ਭੁਲੇਖੇ ਦੂਰ ਹੋ ਜਾਂਦੇ ਹਨ। ਐਸੇ ਵਿਅਕਤੀ ਦੇ ਦਿਲ ਦੇ ਹਰ ਕੋਨੇ ਵਿੱਚ ਅਥਾਹ ਗਗਨ ਜਿਹੀ ਖੁਸ਼ੀ ਭਰੀ ਰਹਿੰਦੀ ਹੈ। ਉਸ ਦਾ ਦਿਲ ਇੰਨਾ ਵਿਸ਼ਾਲ ਹੁੰਦਾ ਹੈ ਕਿ ਉਹ ਕਿਸੇ ਨਾਲ ਧੋਖਾ ਕਰ ਹੀ ਨਹੀਂ ਸਕਦਾ। ਉਹ ਆਪ ਤਾਂ ਰਿਹਾ ਹੀ ਨਹੀਂ, ਭਾਵ ਉਸ ਅੰਦਰੋਂ ਮੈਂ ਖਤਮ ਹੋ ਗਈ, ਜਿੰਦਾ ਹੈ ਪਰ ਉਸਦੇ ਅੰਦਰੋਂ ਮੈਂ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਗੁਮਾਨ ਹੰਕਾਰ ਮਿਟ ਜਾਂਦਾ ਹੈ। ਸੋ ਹੁਣ ਪਰਦਾ ਕਿਸ ਉੱਪਰ ਪਾਵੇ। ਅਸੀਂ ਆਪਣੇ ਆਪ ਨੂੰ ਵੱਡਾ, ਸਿਆਣਾ ਅਤੇ ਉੱਤਮ ਸਾਬਤ ਕਰਨ ਲਈ ਮਨ ਤੇ ਝੂਠਾ ਪਰਦਾ ਪਾਈ ਫਿਰਦੇ ਹਾਂ। ਸੋ ਮੈਂ ਮੁੱਕ ਗਈ ਤੇ ਪਰਦਾ ਆਪਣੇ ਆਪ ਹੀ ਉੱਠ ਗਿਆ। ਦਿਲ ਅੰਦਰਲੀ ਅਥਾਹ ਖੁਸ਼ੀ ਨੇ ਮਨ ਅੰਦਰਲਾ ਕੂੜ, ਫਰੇਬ, ਝੂਠ, ਸਭ ਕੂੜਾ ਕਰਕਟ ਸਾੜ ਦਿੱਤਾ ਹੈ। ਸੋ ਅੱਗੇ ਪੜ੍ਹਦੇ ਹਾਂ ਪਾਠ 6, 6ਵਾਂ ਹਿੱਸਾ। ਇਹ ਆਚਰਣ ਹੈ, ਬਾਕੀ ਕੀ। ਹਰ ਇੱਕ ਨਾਨਾ ਤਰ੍ਹਾਂ ਦੇ ਕੁਦਰਤ ਦੇ ਅਨੇਕ ਰੰਗ ਹਨ। ਮਿੱਠਾ ਬੋਲਣ ਨਾਲ ਤਾਂ ਸ਼ਾਇਦ ਕੁਝ ਨਾ ਬਣ ਸਕੇ, ਪਰ ਜੇ ਅੰਦਰ ਉਹ ਭੇਦ ਭਰੀ ਖੁਸ਼ੀ ਹੋਵੇ ਤੇ ਉਹ ਸੁੱਚਾ ਆਚਰਣ ਮਿੱਠਾ ਬੋਲੇ, ਤਦ ਸੜੀ ਦੁਨੀਆ ਦੇ ਉਹ ਭਾਗ ਸੁੱਕੇ ਹਰੇ ਹੋ ਜਾਣਗੇ। ਕਿਉਂਕਿ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੋਰਾ। ਬਸ ਨੁਕਤਾਚੀਨੀ ਕਰਨਾ ਚੀਜ਼ਾਂ ਨੂੰ, ਕੀ ਵੱਡੀਆਂ ਤੇ ਕੀ ਛੋਟੀਆਂ ਨੂੰ, ਫੂਕ ਸੁੱਟਣਾ ਹੈ। ਮਾਂ ਕਹਿੰਦਿਆਂ ਬੱਚੇ ਜੀਂਦੇ ਹਨ। ਪੁੱਤਰਾਂ ਦੀਆਂ ਬਾਹਾਂ ਵਿੱਚ ਬਲ ਆਉਂਦਾ ਹੈ। ਬੜੇ ਬੜੇ ਵਰਿਆਮ ਸੂਰਬੀਰਤਾ ਦੇ ਕੰਮ ਮਾਂ ਦੇ ਪਿਆਰ ਵਿੱਚ ਕਰ ਜਾਂਦੇ ਹਨ। ਮਾਂ ਦੇ ਵੱਡੇ ਸਰੂਪ ਮੁਲਕ ਪਿੱਛੇ ਕੀ ਕੁਰਬਾਨੀਆਂ ਨਹੀਂ ਹੁੰਦੀਆਂ। ਤੇ ਮਾਂ ਤਾਂ ਕੋਈ ਜਿੰਦੀ ਜਾਗਦੀ ਆਪਾ ਵਾਰਨ ਦਾ ਅਵਤਾਰ ਹੈ। ਅਰ ਨਿਰੇ ਕੌਮੀ ਝੰਡੀਆਂ ਨੂੰ ਹਵਾ ਵਿੱਚ ਲੈ ਲਹਾਉਂਦਾ ਦੇਖ ਫਤਿਹ ਪਾਉਣ ਵਾਲੀਆਂ ਕੌਮਾਂ ਦੇ ਬੱਚੇ ਕਿਸੇ ਸਰੂਰ ਤੇ ਹੱਡੀ ਗਰੂਰਾਂ ਨੂੰ ਪਹੁੰਚਦੇ ਹਨ, ਪਰ ਉਹਨਾਂ ਦੇ ਦਿਲ ਵਿੱਚ ਤਾਕਤ ਭਰਦੀ ਹੈ। ਇਹ ਕਹਿ ਦੇਣਾ ਕਿ ਮਾਂ ਕੀ ਹੈ, ਬਸ ਕਾਰਬਨ, ਆਕਸੀਜਨ, ਹਾਈਡਰੋਜਨ, ਕੈਲਸ਼ੀਅਮ, ਫਾਸਫੋਰਸ ਆਦਿ ਦਾ ਇੱਕ ਜੋੜ ਅਥਵਾ ਹੱਡੀ ਮਾਸ। ਤਦ ਉਹ ਹਕੀਕਤ ਮਾਂ ਸ਼ਬਦ ਵਿੱਚ ਜਿਹੜੀ ਹੈ ਉਹ ਤਾਂ ਇਹ ਅੰਤਮ ਫਾੜ ਦੱਸ ਨਹੀਂ ਸਕਦੀ। ਹੱਥ ਵਿੱਚ ਤਾਂ ਮੁੱਠੀ ਛਾਈ ਦੀ ਰਹਿੰਦੀ ਹੈ, ਤੇ ਮੁੱਠੀ ਛਾਈ ਦੀ ਨੇ ਤਾਂ ਉਹ ਅਵੇਸ਼, ਪਿਆਰ, ਕੁਰਬਾਨੀ, ਬੀਰਤਾ ਮੇਰੇ ਦਿਲ ਵਿੱਚ ਨਹੀਂ ਉਪਜਾਏ ਸਨ। ਇਸੇ ਤਰ੍ਹਾਂ ਰੱਬ ਕੀ ਹੈ, ਗੁਰੂ ਕੀ ਹੈ, ਸੰਤ ਸਾਧ ਕੀ ਹੁੰਦੇ ਹਨ, ਮਹਾਂਪੁਰਖ ਕੀ ਹੁੰਦੇ ਹਨ ਆਦਿ ਪ੍ਰਸ਼ਨਾਂ ਦੇ ਉੱਤਰ ਇਸ ਜੀਵਨ ਨੁਕਤਾਚੀਨੀ ਦੀ ਛਾਣਬੀਣ ਦੇ ਦੇਣੇ ਤੇ ਉਹਨਾਂ ਨੂੰ ਸੱਚ ਸਮਝਣਾ। ਜੀਵਨ ਦੇ ਨੁਕਤੇ ਥੀ ਸਰਾਸਰ ਕੂੜ ਹੈ, ਝੂਠ ਹੈ, ਤੇ ਅਕਲ ਇਹਨਾਂ ਅੱਜ ਕੱਲ੍ਹ ਦੇ ਲੋਕਾਂ ਲਈ ਕੂੜਾ ਨੂੰ ਸੱਚ ਕਰਕੇ ਸਟੇਜ ਤੇ ਲਿਆ ਰਹੀ ਹੈ। ਇਹ ਸਭ ਬਰਬਾਦੀਆਂ ਹਨ। ਹੁਣ ਇਹਨਾਂ ਸਤਰਾਂ ਵਿੱਚ ਮੈਂ ਤੁਹਾਨੂੰ ਪੂਰੀ ਵਿਆਖਿਆ ਸਮੇਤ ਸਮਝਾਉਂਦੀ ਹਾਂ ਕਿ ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਹਨ ਕਿ ਇੱਕ ਆਚਰਣ ਹੀ ਹੈ ਜੋ ਬਾਕੀ ਰਹਿੰਦੇ ਹੋਰ ਸਭ ਕੁਝ ਦਾ ਨਾਸ਼ਵਾਨ ਹੈ। ਭਾਵ ਸਾਡਾ ਕਰੈਕਟਰ ਜਿਹੜਾ ਉਹੀ ਸਾਡੀ ਜਿਹੜੀ ਪਰਸਨੈਲਿਟੀ ਹੈ ਉਹਨੂੰ ਡਿਵੈਲਪ ਕਰਦਾ ਹੈ। ਉਹ ਕਹਿੰਦੇ ਹਨ ਕਿ ਮਿੱਠਾ ਬੋਲਣਾ ਸ਼ਾਇਦ ਕੁਝ ਨਹੀਂ ਹੋ ਸਕਦਾ, ਪਰੰਤੂ ਜੇ ਵਿਅਕਤੀ ਆਪਣੇ ਅੰਦਰ ਉਹ ਗੁੱਝੇ ਰਾਜ ਵਾਲੀ ਖੁਸ਼ੀ ਮਹਿਸੂਸ ਕਰ ਲਵੇ, ਉਸ ਸੁੱਚੇ ਆਚਰਣ ਵਿਵਹਾਰ ਵਾਲਾ ਵਿਅਕਤੀ ਮਿੱਠਾ ਬੋਲੇ, ਤਾਂ ਇਹ ਸੜਦੀ ਲੜਦੀ ਦੁਨੀਆ ਦੇ ਚੰਗੇ ਭਾਗ ਹੋ ਸਕਦੇ ਹਨ ਤੇ ਫਿਰ ਸੁੱਕੇ ਵੀ ਹਰੇ ਹੋ ਜਾਣਗੇ। ਜਿੱਥੇ ਕਦੇ ਖੁਸ਼ੀ ਨੇ ਦਸਤਕ ਨਹੀਂ ਸੀ ਦਿੱਤੀ, ਉੱਥੇ ਖੁਸ਼ੀਆਂ ਟੱਪਣਗੀਆਂ। ਗੁਰੂ ਅਰਜਨ ਦੇਵ ਜੀ ਸੂਹੀ ਰਾਗ ਵਿੱਚ ਲਿਖਦੇ ਹਨ, ਮਿੱਠ ਬੋਲੜਾ ਜੀ, ਭਾਵ ਮੇਰਾ ਪੂਜਨੀਕ ਪ੍ਰਭੂ ਜੋ ਮੇਰਾ ਮਿੱਤਰ ਹੈ, ਮੇਰਾ ਮਾਲਕ ਹੈ, ਉਹ ਮਿੱਠਾ ਬੋਲਦਾ ਹੈ। ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲਿਆ ਕੋਰਾ। ਮੈਂ ਚੇਤੇ ਕਰ ਕਰਕੇ ਥੱਕ ਗਈ, ਮੈਨੂੰ ਇੱਕ ਵੀ ਮੌਕਾ ਯਾਦ ਨਹੀਂ ਆਉਂਦਾ ਕਿ ਉਹ ਕੋੜਾ ਬੋਲਿਆ ਹੋਵੇ। ਭਾਵ ਜੇ ਉਹ ਪਰਮਾਤਮਾ ਕੋੜਾ ਨਹੀਂ ਬੋਲਦਾ ਤੇ ਅਸੀਂ ਵੀ ਤਾਂ ਉਸਦੀ ਅੰਸ਼ ਹੀ ਹਾਂ, ਉਸ ਪਰਮਾਤਮਾ ਦੀ ਅੰਸ਼ ਹਾਂ, ਤੇ ਅਸੀਂ ਕੋੜੇ ਬੋਲਾਂ ਵਿੱਚ ਕਿਉਂ ਫਸੇ ਹੋਏ ਹਾਂ। ਸਿਰਫ ਨੁਕਤਾਚੀਨੀ ਕਰਨਾ ਤਾਂ ਸਭ ਛੋਟੀਆਂ ਵੱਡੀਆਂ ਚੀਜ਼ਾਂ ਨੂੰ ਸਾੜ ਸੁੱਟਣਾ ਹੈ। ਭਾਵ ਅਸੀਂ ਅਗਰ ਸਭ ਚੀਜ਼ਾਂ ਵਿੱਚ ਦੋਸ਼ ਹੀ ਲੱਭਦੇ ਰਹਾਂਗੇ ਤਾਂ ਕੁਝ ਵੀ ਹਾਸਲ ਨਹੀਂ ਹੋਣਾ। ਮਾਂ
ਪੁਕਾਰਦੇ ਬੱਚੇ ਜਿਉਂਦੇ ਹਨ। ਮਾਂ ਕਾਰਨ ਹੀ ਪੁੱਤਰਾਂ ਦੀਆਂ ਬਾਹਾਂ ਵਿੱਚ ਤਾਕਤ ਆਉਂਦੀ ਹੈ ਅਤੇ ਮਾਂ ਦੇ ਪਿਆਰ ਵਿੱਚ ਹੀ ਬੜੇ ਬੜੇ ਸੂਰਬੀਰ ਯੋਧੇ ਬਹੁਤ ਬਹਾਦਰੀ ਦੇ ਕੰਮ ਕਰ ਜਾਂਦੇ ਹਨ। ਲੇਖਕ ਆਖਦਾ ਹੈ ਕਿ ਮਾਂ ਦੇ ਸਰੂਪ ਨੂੰ ਅਗਰ ਵੱਡਾ ਕਰਕੇ ਵੇਖੋ, ਅਰਥਾਤ ਦੇਸ਼ ਧਰਤੀ ਨੂੰ ਵੀ ਤਾਂ ਮਾਤਾ ਹੀ ਕਹਿੰਦੇ ਹਨ, ਤਾਂ ਆਪਣੇ ਦੇਸ਼ ਧਰਤ ਵਾਸਤੇ ਲੋਕ ਕਿਹੜੀਆਂ ਕੁਰਬਾਨੀਆਂ ਨਹੀਂ ਕਰ ਗਏ। ਇਸ ਲਈ ਪ੍ਰੋਫੈਸਰ ਪੂਰਨ ਸਿੰਘ ਜੀ ਲਿਖਦੇ ਹਨ ਕਿ ਮਾਂ ਨੂੰ ਕੋਈ ਜਿਉਂਦੀ ਜਾਗਦੀ ਆਪਾ ਕੁਰਬਾਨ ਕਰਨ ਦਾ ਅਵਤਾਰ ਮੰਨਿਆ ਹੈ, ਪ੍ਰੇਰਨਾ ਸਰੋਤ ਮੰਨਿਆ ਹੈ। ਇਸੇ ਲਈ ਤਾਂ ਲੇਖਕ ਆਖ ਰਿਹਾ ਹੈ, ਸਿਰਫ ਆਪਣੀ ਕੌਮ ਦੇ ਝੰਡਿਆਂ ਨੂੰ ਹਵਾ ਵਿੱਚ ਲਹਿਰਾਉਂਦਾ ਦੇਖ ਕੇ ਜਵਾਨਾਂ ਦੇ ਅੰਦਰ ਐਸਾ ਸਰੂਰ, ਐਸੀ ਮਸਤੀ ਅਤੇ ਐਸਾ ਗੁਮਾਨ ਭਰਿਆ ਜਾਂਦਾ ਹੈ ਕਿ ਅੰਤ ਉਹ ਜਿੱਤ ਪ੍ਰਾਪਤ ਕਰਦੇ ਹਨ। ਸੋ ਇਸ ਲਈ ਜੇ ਅਸੀਂ ਇਹ ਕਹਿ ਦਈਏ ਕਿ ਮਾਂ ਕੀ ਹੈ, ਸਿਰਫ ਹੱਡੀਆਂ ਤੇ ਮਾਸ ਦਾ ਇੱਕ ਐਸਾ ਜੋੜ ਜਿਸ ਵਿੱਚ ਕਾਰਬਨ, ਆਕਸੀਜਨ, ਹਾਈਡਰੋਜਨ, ਫਾਸਫੋਰਸ ਅਤੇ ਕੈਲਸ਼ੀਅਮ ਸ਼ਾਮਲ ਹਨ। ਇਵੇਂ ਅਸੀਂ ਮਾਂ ਸ਼ਬਦ ਵਿੱਚ ਜਿਹੜੀ ਹਕੀਕਤ ਹੈ ਉਸ ਨੂੰ ਹਿੱਸਿਆਂ ਵਿੱਚ ਵੰਡ ਕੇ ਬਿਆਨ ਨਹੀਂ ਕਰ ਸਕਦੇ। ਜੇ ਹੱਡ ਮਾਸ ਦਾ ਸੁਮੇਲ ਹੀ ਮਾਂ ਹੈ ਤਾਂ ਫਿਰ ਅੰਤ ਵਿੱਚ ਤਾਂ ਇੱਕ ਮੁੱਠ ਸਵਾਹ ਹੀ ਰਹਿ ਜਾਂਦੀ ਹੈ। ਮੁੱਠ ਸਵਾਹ ਨੇ ਤਾਂ ਜੋਸ਼, ਜਨੂਨ, ਪਿਆਰ, ਕੁਰਬਾਨੀ ਅਤੇ ਵੀਰਤਾ ਮੇਰੇ ਦਿਲ ਵਿੱਚ ਪੈਦਾ ਨਹੀਂ ਕੀਤੇ ਸਨ। ਇਸੇ ਤਰ੍ਹਾਂ ਰੱਬ ਕੀ ਹੈ, ਗੁਰੂ ਕੀ ਹੈ, ਸੰਤ ਸਾਧ ਕੀ ਹਨ, ਮਹਾਂਪੁਰਖ ਕੀ ਹਨ, ਇਹਨਾਂ ਪ੍ਰਸ਼ਨਾਂ ਦੇ ਉੱਤਰ ਜੇ ਅਸੀਂ ਜੀਵਨ ਨੁਕਤਾਚੀਨੀ ਦਾ ਪੁੰਨ ਛਾਣ ਵਿੱਚੋਂ ਲੱਭ ਕੇ ਸਮਝਾਂਗੇ ਤਾਂ ਫਿਰ ਇਹ ਪੂਰੇ ਦਾ ਪੂਰਾ ਝੂਠ ਹੀ ਹੋਵੇਗਾ ਅਤੇ ਮਨੁੱਖ ਅਕਲ ਇਹਨਾਂ ਅਜੋਕੇ ਲੋਕਾਂ ਲਈ ਇਸ ਝੂਠ ਨੂੰ ਸੱਚ ਕਰਕੇ ਸਟੇਜ ਤੇ ਲਿਆ ਰਹੀ ਹੈ ਅਤੇ ਇਸ ਤਰ੍ਹਾਂ ਇਹ ਸਭ ਕੁਝ ਬਰਬਾਦੀ ਦੀਆਂ ਨਿਸ਼ਾਨੀਆਂ ਹਨ। ਸੋ ਪਾਠ ਦੇ ਅਗਲੇ ਪਾਠ ਵਿੱਚ ਪ੍ਰੋਫੈਸਰ ਪੂਰਨ ਸਿੰਘ ਜੀ ਲਿਖਦੇ ਹਨ, ਜੋ ਕਿ 7ਵਾਂ ਪਾਠ ਹੈ ਤੇ ਆਖਰੀ ਪਾਠ ਹੈ ਇਸ ਚੈਪਟਰ ਦਾ। 7ਵੇਂ ਪਾਠ ਵਿੱਚ 7ਵੇਂ ਭਾਗ ਵਿੱਚ ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਹਨ, ਸਿਫਤ ਸਲਾਹ ਕਰਨਾ ਇੱਕ ਨਿੱਕੀ ਪੱਤੀ ਘਾਹ ਥੀ ਜਿਹੜੀ ਹਵਾ ਦੇ ਗਲੇ ਲੱਗ ਕੇ ਝੂਮਦੀ ਹੈ। ਸੂਰਜ ਤੱਕ, ਹੈਵਾਨ ਤੱਕ, ਬੰਦੇ ਤੱਕ, ਮਹਾਂਪੁਰਖਾਂ ਤੱਕ ਇੱਕ ਜੀਵਨ ਨੂੰ ਬਣਾਉਣਾ ਹੈ, ਜਿੰਦਾ ਕਰਨਾ ਹੈ। ਆਪ ਨੂੰ ਆਪਣੀ ਤਾਰੀਫ ਕੈਸੇ ਚੰਗੀ ਲੱਗਦੀ ਹੈ? ਚੰਗੀ ਨਹੀਂ, ਆਪ ਦੇ ਰੂਹ ਨੂੰ ਤਾਕਤ ਦੇਣ ਵਾਲੀ ਗਿਜ਼ਾ ਹੈ। ਖੁਸ਼ਾਮਦ ਜੇ ਕੂੜੀ ਵੀ ਕਰਦਾ ਹੈ, ਖੁਸ਼ਾਮਦ ਭਾਵ ਪ੍ਰਸ਼ੰਸਾ, ਕੂੜੀ ਮਤਲਬ ਝੂਠੀ, ਜੇਕਰ ਸਾਡੀ ਕੋਈ ਪ੍ਰਸ਼ੰਸਾ, ਤਾਰੀਫ ਝੂਠੀ ਵੀ ਕਰਦਾ ਹੈ, ਉਸ ਨੂੰ ਰੋਕਣਾ ਬੜਾ ਮੁਸ਼ਕਲ ਹੈ। ਅਸੀਂ ਉਹਨੂੰ ਰੋਕਦੇ ਨਹੀਂ, ਅਸੀਂ ਕਹਿੰਦੇ ਸਾਡੀ ਤਾਰੀਫ ਕਰੀ ਜਾ, ਸਾਨੂੰ ਪਤਾ ਹੈ ਕਿ ਸਾਡੇ 'ਚ ਉਹ ਗੁਣ ਨਹੀਂ ਹੈ, ਪਰ ਅਗਲਾ ਤਾਰੀਫ ਕਰ ਰਿਹਾ ਤਾਂ ਅਸੀਂ ਬੜੇ ਖੁਸ਼ੀ ਉਸ ਤਾਰੀਫ ਨੂੰ ਸੁਣਦੇ ਹਾਂ। ਆਤਮਾ ਜੋ ਅੰਦਰੋਂ ਪ੍ਰਸੰਨ ਹੁੰਦਾ ਹੈ, ਦਿਲੋਂ ਜੋ ਉੱਚਾ ਹੁੰਦਾ ਹੈ, ਕੁੱਲ ਦੁਨੀਆ ਵਿੱਚ ਹੰਭਲੇ, ਪਰਉਪਕਾਰ, ਭਜਨ ਬੰਦਗੀ, ਇਲਮ, ਹੁਨਰ ਦੇ ਹਰ ਕੋਈ ਮਾਰਦਾ ਹੈ, ਪਰ ਉਹ ਛਿਪ ਕੇ ਇਹ ਵੀ ਧਿਆਨ ਨਾਲ ਸੁਣਦਾ ਹੈ ਕਿ ਕੌਣ ਇਸ ਕਿਰਤ ਦੀ ਕੋਈ ਸਿਫਤ ਕਰਦਾ ਹੈ। ਕਿਉਂ? ਇਸ ਵਾਸਤੇ ਕਿ ਜੀਵਨ ਸਿਫਤ ਸਲਾਹ ਨੂੰ ਪਾ ਕੇ ਪ੍ਰਦੀਪਤ ਹੁੰਦਾ ਹੈ। ਜੀਵਨ ਸਿਫਤ ਸਲਾਹ ਨੂੰ ਪਾ ਕੇ ਪ੍ਰਦੀਪਤ ਮੀਨਸ ਰੋਸ਼ਨ, ਜਗਮਗਾਉਂਦਾ ਹੈ। ਸਾਡਾ ਜੀਵਨ ਤਾਂ ਹੀ ਜਗਮਗਾਏਗਾ ਜੇਕਰ ਉਸ ਕਰਤੇ ਦੀ ਅਸੀਂ ਸਿਫਤ ਸਲਾਹ ਕਰਾਂਗੇ। ਇਸ ਵਾਸਤੇ ਸਿਫਤ ਸਲਾਹ ਕਰਨਾ ਚਾਹੇ ਵਿਸਮਾਦ ਵਿੱਚ ਆ ਕੇ ਕਰੇ, ਅੰਤਮ ਤੇ ਇਲਾਹੀ ਸੁਅਪਨ ਦਾ, ਚਾਹੇ ਅਦਬ ਲਿਹਾਜ਼ ਦੀ ਖਾਤਰ, ਚਾਹੇ ਹਿਆ ਨਾ ਠਾਹੀ ਕਹੀ ਦਾ। ਹਿਆ ਨਾ ਠਾਹੀ ਮਤਲਬ ਕਿਸੇ ਵੀ ਸ਼ਰਮ ਨੂੰ ਢਾਉਣ ਵਾਲੀ, ਹਿਆ ਨਾ ਠਾਏ ਕਹੀ ਦਾ ਦੀ ਭਾਵਨਾ ਨਾਲ ਕਰੇ, ਤਾਂ ਇਹ ਜੀਵਨ ਨੂੰ ਪਾਲਣਾ ਅਤੇ ਨੁਕਤਾਚੀਨੀ ਉਸੇ ਨੂੰ ਮਾਰਨਾ ਹੈ। ਲੋਕ ਕਹਿੰਦੇ ਹਨ ਕਿ ਨੁਕਤਾਚੀਨੀ ਤਾਂ ਔਗੁਣ ਦੱਸਦੇ ਗੁਣਾਂ ਵੱਲ ਖੜਦੀ ਹੈ। ਠੀਕ, ਜੇ ਅੰਦਰਲਾ ਭਾਵ ਹਮਦਰਦੀ, ਪਿਆਰ ਵਾਲਾ ਹੋਵੇ ਤਦ ਉਹ ਸਾੜੂ ਤੇ ਮਾਰੂ ਨੁਕਤਾਚੀਨੀ ਨਹੀਂ ਹੈ। ਭਾਵ ਕਈ ਵਿਦਵਾਨ ਮੰਨਦੇ ਆ, ਕਈ ਲੋਕ ਮੰਨਦੇ ਆ ਕਿ ਨੁਕਤਾਚੀਨੀ ਜਿਹੜੀ ਹੈ ਉਹ ਸਾਡੀ ਪਰਸਨੈਲਿਟੀ ਨੂੰ ਸੁਧਾਰ ਲਿਆਉਂਦੀ ਹੈ। ਭਾਵ ਜੇ ਕੋਈ ਸਾਡੇ ਵਿੱਚ ਗਲਤੀ ਹੈ, ਸਾਡੇ ਵਿੱਚ ਕੋਈ ਔਗੁਣ ਹੈ, ਜੇ ਸਾਨੂੰ ਕੋਈ ਟੋਕ ਦਿੰਦਾ, ਨੁਕਤਾਚੀਨੀ ਕਰਦਾ ਹੈ, ਤਾਂ ਉਹ ਸਾਡੀ ਸ਼ਖਸੀਅਤ ਵਿੱਚ ਨਿਖਾਰ ਲਿਆਉਂਦੀ ਹੈ, ਤਾਂ ਉਹ ਇਸ ਗੱਲ ਨਾਲ ਸਹਿਮਤ ਨਹੀਂ ਹੈ। ਤਾਂ ਅੱਗੋਂ ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਹੈ ਕਿ ਨੁਕਤਾਚੀਨੀ ਮੰਨਦੇ ਆ ਕਿ ਨੁਕਤਾਚੀਨੀ ਸਾਡੀ ਜਿਹੜੀ ਹੈ ਉਹ ਸਾਡੀ ਪਰਸਨੈਲਿਟੀ ਵਿੱਚ ਨਿਖਾਰ ਲਿਆਉਂਦੀ ਹੈ, ਪਰ ਉਹ ਸਾੜੂ ਤੇ ਮਾਰੂ ਨੁਕਤਾਚੀਨੀ ਨਹੀਂ। ਪਰ ਜਿਹੜਾ ਅੰਦਰਲਾ ਭਾਵ ਜਿਹੜਾ ਹੈ ਉਹ ਹਮਦਰਦੀ, ਪਿਆਰ ਵਾਲਾ ਹੋਵੇ। ਉਹ ਸਾੜੂ ਤੇ ਮਾਰੂ ਨਹੀਂ ਹੋਣਾ ਚਾਹੀਦਾ। ਉਹ ਪਿਆਰ ਵਿੱਚ ਗੁੰਦੀ
ਨਿਰੋਲ ਫਿਤਰਤ ਦੀ ਅਥਵਾ ਮਨ ਦੀ ਪਰਖ ਤੱਕ ਪਹੁੰਚ ਜਾਂਦੀ ਹੈ। ਉਹ ਤਾਂ ਕਾਬਲੀਅਤ ਦੀ ਗੱਲ ਹੈ। ਸਾਹਿਤਿਕ ਅਥਵਾ ਰਸਕ ਕਿਰਤ ਵਿੱਚ ਇੱਕ ਆਲੀਸ਼ਾਨ ਕਿਰਤ ਹੈ, ਪਰ ਫਿੱਕਾ ਬੋਲਣਾ ਸਦਾ ਇੱਕ ਪਾਪ ਹੈ ਜਿਹੜਾ ਅਸੀਂ ਕਈ ਵਾਰੀ ਦਿਨ ਵਿੱਚ ਕਰਦੇ ਹਾਂ, ਪਰ ਸਾਨੂੰ ਖਿਆਲ ਹੀ ਨਹੀਂ ਆਉਂਦਾ ਅਸੀਂ ਜਗਤ ਵਿੱਚ ਕਿਹੜਾ ਜੀਵਨ ਕੁਦਰਤ ਪਲੀ ਪਲੀ ਜੋੜ ਜੋੜ ਬੜੀ ਮੁਸ਼ਕਲ ਨਾਲ ਬਣਾਉਂਦੀ ਫੁਲਾਉਂਦੀ ਹੈ, ਤੇ ਅਸੀਂ ਆਪਣੇ ਫਿੱਕੇ ਭਾਵ ਕੌੜੇ ਬਚਨਾਂ ਨਾਲ ਕਿਸ ਤਰ੍ਹਾਂ ਕੁਦਰਤ ਦੀਆਂ ਬਣਾਉਣ ਦੀਆਂ ਤਾਕਤਾਂ ਨੂੰ ਘਬਰਾ ਦਿੰਦੇ ਹਾਂ। ਸੋ ਲੇਖਕ ਦੇ ਅੰਤ ਵਿੱਚ ਪ੍ਰੋਫੈਸਰ ਪੂਰਨ ਸਿੰਘ ਜੀ ਲਿਖਦੇ ਹਨ ਕਿ ਲੋਕ ਆਖਦੇ ਹਨ ਕਿ ਨੁਕਤਾਚੀਨੀ ਤਾਂ ਇਸੇ ਕਰਕੇ ਕੀਤੀ ਜਾਂਦੀ ਹੈ ਕਿ ਦੂਜੇ ਦੇ ਔਗੁਣ ਦਾ ਪਤਾ ਲੱਗ ਜੇ ਤੇ ਉਹ ਔਗੁਣ ਛੱਡ ਕੇ ਗੁਣ ਵੱਲ ਨੂੰ ਤੁਰ ਪਵੇ। ਜੇਕਰ ਅੰਦਰਲੇ ਭਾਵ ਹਮਦਰਦੀ ਵਾਲੇ ਹੋਣ, ਪਿਆਰ ਵਾਲੇ ਹੋਣ, ਤਾਂ ਇਹ ਮਾਰੂ ਜਾਂ ਸਾੜੂ ਨੁਕਤਾਚੀਨੀ ਨਹੀਂ ਕਿਹਾ ਜਾ ਸਕਦਾ। ਪਿਆਰ ਵਿੱਚ ਗੁੰਦੀ ਹੋਈ ਐਸੀ ਨੁਕਤਾਚੀਨੀ ਮਨ ਦੀ ਪਰਖ ਕਰਨ ਯੋਗ ਹੁੰਦੀ ਹੈ। ਇਹ ਸਭ ਯੋਗਤਾ ਦੀ ਗੱਲ ਹੈ ਕਿ ਸਾਹਿਤਿਕ ਅਤੇ ਰਸ ਮਾਣਨ ਵਾਲੀ ਕਿਰਤ ਕਾਰਜ ਇੱਕ ਵਧੀਆ ਕੀਰਤ ਸਿਫਤ ਸਲਾਹ ਹੈ। ਭਾਵ ਜਦੋਂ ਅਸੀਂ ਮਨ ਕਰਕੇ ਰਸ ਮਾਣਦੇ ਹੋਏ ਕੋਈ ਕਿਰਤ ਜਾਂ ਕਾਰਜ ਕਰਦੇ ਹਾਂ ਤਾਂ ਉਸ ਨੂੰ ਵੀ ਕੀਰਤ ਜਾਂ ਸਿਫਤ ਸਲਾਹ ਹੀ ਕਿਹਾ ਜਾਂਦਾ ਹੈ। ਭਾਵ ਅਸੀਂ ਕੋਈ ਵੀ ਆਪਣਾ ਕੰਮ ਜੋ ਮਤਲਬ ਭਾਵੇਂ ਤੁਸੀਂ ਇੱਕ ਵਿਦਿਆਰਥੀ ਹੋ, ਤੁਸੀਂ ਆਪਣੇ ਵਿਦਿਆਰਥੀ ਵਿਦਿਆ ਪ੍ਰਾਪਤ ਕਰਦੇ ਕਰਦੇ ਅਧਿਆਪਕ ਨੂੰ ਸਤਿਕਾਰ ਦਿੰਦੇ ਦਿੰਦੇ ਉਸ ਵਿਦਿਆ ਨੂੰ ਪ੍ਰਾਪਤ ਕਰਨ ਵਿੱਚ ਰਸ ਮਾਣਦੇ ਹੋ। ਇਹ ਨਾ ਸੋਚੋ ਕਿ ਮੇਰਾ ਪੜ੍ਹਨਾ ਮੇਰੀ ਮਜਬੂਰੀ ਹੈ, ਸਗੋਂ ਉਸ ਵਿਦਿਆ ਪ੍ਰਾਪਤੀ ਵਿੱਚੋਂ ਤੁਹਾਨੂੰ ਰਸ ਆਵੇ। ਕੋਈ ਟੀਚਰ ਹੈ, ਅਧਿਆਪਕ ਹੈ, ਉਹਨੂੰ ਪੜ੍ਹਾਉਂਦੇ ਪੜ੍ਹਾਉਂਦੇ ਉਹਨੂੰ ਇੱਦਾਂ ਨਾ ਲੱਗੇ ਕਿ ਮੈਂ ਬੱਚੇ ਨੂੰ ਪੜ੍ਹਾਉਣਾ ਹੈ, ਸਿਲੇਬਸ ਕੰਪਲੀਟ ਕਰਨਾ ਹੈ ਜਾਂ ਮੈਂ ਇਸ ਚੈਪਟਰ ਨੂੰ ਖਤਮ ਕਰਨਾ ਹੈ, ਉਹਨੂੰ ਇੱਦਾਂ ਨਾ ਲੱਗੇ। ਸਗੋਂ ਜਦੋਂ ਉਹ ਅੰਦਰੋਂ ਰਸ ਮਹਿਸੂਸ ਕਰਨ ਲੱਗ ਜਾਵੇ ਤਾਂ ਇਹ ਵੀ ਇੱਕ ਪ੍ਰਕਾਰ ਦੀ ਸਿਫਤ ਸਲਾਹ ਹੈ, ਇਹ ਵੀ ਕੀਰਤ ਹੈ। ਪਰੰਤੂ ਫਿੱਕਾ ਬੋਲਣਾ ਸਦਾ ਲਈ ਇੱਕ ਪਾਪ ਹੈ ਜਿਹੜਾ ਅਸੀਂ ਦਿਨ ਵਿੱਚ ਕਈ ਵਾਰ ਕਰਦੇ ਹਾਂ। ਤੁਸੀਂ ਹੁਣ ਵਿਦਿਆਰਥੀਓ ਆਪ ਹੀ ਸੋਚਣਾ ਕਿ ਅਸੀਂ ਕਿੰਨੀ ਵਾਰ ਫਿੱਕਾ ਬੋਲਦੇ ਹਾਂ, ਤੇ ਇਹ ਇੱਕ ਪਾਪ ਹੈ। ਸਾਨੂੰ ਇਹ ਸਮਝ ਵੀ ਨਹੀਂ ਆਉਂਦੀ ਕਿ ਅਸੀਂ ਫਿੱਕਾ ਕਦੋਂ ਬੋਲ ਗਏ। ਕੁਦਰਤ ਇਸ ਜਗਤ ਵਿੱਚ ਜਿਹੜਾ ਜੀਵਨ ਪਲ ਪਲ ਜੋੜ ਕੇ ਬਹੁਤ ਮੁਸ਼ਕਲ ਨਾਲ ਬਣਾਉਂਦੀ ਹੈ, ਪ੍ਰਫੁੱਲਿਤ ਕਰਦੀ ਹੈ, ਤੇ ਅਸੀਂ ਕੀ ਕਰਦੇ ਹਾਂ? ਕੁਦਰਤ ਨਾਲ ਪਿਆਰ ਕਰਦੇ ਹਾਂ? ਬਿਲਕੁਲ ਵੀ ਨਹੀਂ। ਅਸੀਂ ਆਪਣੇ ਫਿੱਕੇ ਤੇ ਕੋੜੇ ਬੋਲਾਂ ਨਾਲ ਹੀ ਕਿਵੇਂ ਕੁਦਰਤ ਦੀਆਂ ਇਹਨਾਂ ਤਾਕਤਾਂ ਨੂੰ ਘਾਬਰ ਪਾਉਂਦੇ ਹਾਂ, ਉਸ ਨੂੰ ਡਰਾਉਂਦੇ ਹਾਂ, ਕੁਦਰਤ ਦੇ ਬਖਸ਼ੇ ਜੀਵਨ ਨੂੰ ਤਹਿਸ ਨਹਿਸ ਕਰ ਦਿੰਦੇ ਹਾਂ। ਸੋ ਸਾਨੂੰ ਆਪਣੇ ਜੀਵਨ ਨੂੰ, ਆਪਣੀ ਕੁਦਰਤ ਨੂੰ ਇੱਦਾਂ ਤਹਿਸ ਨਹਿਸ ਨਹੀਂ ਕਰਨਾ ਚਾਹੀਦਾ, ਕਿਉਂਕਿ ਜਦੋਂ ਆਪਾਂ ਕਿਸੇ ਨੇ ਮਤਲਬ ਫਿੱਕੇ ਬੋਲ ਬੋਲਦੇ ਹਾਂ ਤਾਂ ਇਸ ਨਾਲ ਉਹਨੂੰ ਹੀ ਨਹੀਂ ਸਾੜਦੇ, ਸਗੋਂ ਪਹਿਲਾਂ ਅਸੀਂ ਆਪਣਾ ਅੰਦਰ ਸਾੜਦੇ ਹਾਂ। ਤੁਸੀਂ ਇਹ ਕਹਾਵਤ ਆਮ ਹੀ ਸੁਣੀ ਹੋਏਗੀ ਕਿ ਇੱਕ ਮਾਚਿਸ ਦੀ ਤੀਲੀ ਹੈ, ਉਹ ਪਹਿਲਾਂ ਖੁਦ ਜਲਦੀ ਹੈ, ਬਾਅਦ ਵਿੱਚ ਉਹ ਸਾਰਾ ਜੰਗਲ ਸਾੜੇਗੀ, ਹੈ ਨਾ। ਉਸੇ ਤਰ੍ਹਾਂ ਅਸੀਂ ਜਦੋਂ ਆਪ ਅੰਦਰੋਂ ਦੁਖੀ ਹਾਂ, ਕਿਸੇ ਨੂੰ ਅਸੀਂ ਪਰੇਸ਼ਾਨ ਮਤਲਬ ਕਿਸੇ ਨੂੰ ਅਸੀਂ ਹਰਟ ਕੀਤਾ, ਉਹਨੂੰ ਹਰਟ ਕਰਨ ਤੋਂ ਬਾਅਦ ਸਾਨੂੰ ਆਪ ਨੂੰ ਕਿੰਨਾ ਜ਼ਿਆਦਾ ਮਹਿਸੂਸ ਹੋਏਗਾ। ਸੋ ਇਸ ਕਰਕੇ ਕਦੇ ਵੀ ਮਾੜੇ ਬੋਲਾਂ ਨੂੰ ਨਹੀਂ ਬੋਲਣਾ ਚਾਹੀਦਾ। ਜੇ ਸਮਝ ਨਹੀਂ ਆ ਰਹੀ ਸਿਚੁਏਸ਼ਨ ਦੀ ਤਾਂ ਚੁੱਪ ਰਹਿਣਾ ਹੀ ਭਲਾ ਹੈ, ਪਰ ਸਿਫਤ ਸਲਾਹ ਕਰਕੇ ਜੀਵਨ ਬਤੀਤ ਕਰਨਾ ਇਹੀ ਅਸਲ ਜੀਵਨ ਹੈ। ਇਸ ਪਾਠ ਵਿੱਚ ਸਮਝਾਇਆ ਗਿਆ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਰਾ ਪਾਠ ਸਮਝ ਆ ਗਿਆ ਹੋਵੇਗਾ। ਹੁਣ ਮੈਂ ਇਹਦਾ ਇੱਕ ਵਾਰੀ ਸਾਰ ਜੋ ਅਖੀਰ ਤੇ ਲਿਖਿਆ ਹੋਇਆ ਹੈ ਉਹ ਪੜ੍ਹ ਸਕਦੀ ਹਾਂ। ਪ੍ਰੋਫੈਸਰ ਪੂਰਨ ਸਿੰਘ ਦਾ ਨਿਬੰਧ ਕੀਰਤ ਤੇ ਮਿੱਠਾ ਬੋਲਣਾ ਇੱਕ ਬਹੁਤ ਵਧੀਆ ਰਚਨਾ ਹੈ। ਇੱਕ ਤਾਂ ਉਸਦੀ ਅੰਤਰੀਵ ਬਣਤਰ ਕਾਵਮਈ ਮਹਿਸੂਸ ਹੁੰਦੀ ਹੈ। ਤੁਸੀਂ ਪੜ੍ਹਿਆ ਜਿਵੇਂ ਇਹ ਸਾਰਾ ਪਾਠ ਜਿਹੜਾ ਇਹਦੇ ਵਿੱਚ ਕੁਝ ਕਾਵਮਈ ਤੁਕਾਂ ਵੀ ਹੈਗੀਆਂ, ਜਿਵੇਂ ਨਾਨਕ ਫਿੱਕਾ ਬੋਲੀ ਹੈ ਨਾ, ਲਾਈਕ ਮਿੱਠਤ ਨੀਵੀ ਨਾਨਕਾ, ਇਸ ਤੋਂ ਇਲਾਵਾ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਇਹ ਕਾਵਮਈ ਸ਼ਬਦਾਵਲੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਦਿਲਚਸਪ ਹੈ। ਦੂਜਾ, ਇਹ ਨਿਬੰਧ ਆਪਣੇ ਨਿਵੇਕਲੇ ਰੂਪ ਕਾਰਨ ਆਮ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਸਮਰੱਥ ਹੈ, ਕਿਉਂਕਿ ਸਾਰੀਆਂ ਸਿਚੁਏਸ਼ਨ ਸਾਡੇ ਆਪਣੇ ਨਾਲ ਆਮ ਵਿਅਕਤੀ ਦੇ ਨਾਲ ਵਾਪਰੀਆਂ ਹੁੰਦੀਆਂ। ਸੋ ਉਹਨੂੰ ਲੱਗਦਾ ਹੈ ਕਿ ਇਹ ਲੇਖ ਮੇਰੇ ਵਾਸਤੇ ਹੀ ਲਿਖਿਆ ਹੋਇਆ ਹੈ। ਵਿਚਾਰਾਂ ਨੂੰ ਅਨੋਖੇ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਵਾਰਤਕ ਲੇਖਕ ਦੇ ਡੂੰਘੇ ਅਧਿਐਨ ਅਤੇ ਵਿਸ਼ਾਲ ਅਨੁਭਵ ਦੀ ਮੂੰਹ ਬੋਲਦੀ ਤਸਵੀਰ ਹੈ। ਇਸ ਨਿਬੰਧ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਲੇਖਕ ਨੇ ਪੱਛਮੀ ਚਿੰਤਕਾਂ, ਵਿਚਾਰਕਾਂ ਅਤੇ ਲੇਖਕਾਂ ਦਾ ਡੂੰਘਾ ਅਧਿਐਨ ਕੀਤਾ ਹੈ। ਭਾਵ ਉਹਨੇ ਸਿਰਫ ਪੰਜਾਬੀ ਦੇ ਲੇਖਕਾਂ ਬਾਰੇ ਨਹੀਂ ਜਾਣਕਾਰੀ ਦਿੱਤੀ, ਪੱਛਮੀ ਲੇਖਕ, ਵਿਚਾਰਕ ਤੇ ਚਿੰਤਕ ਉਹਨਾਂ ਬਾਰੇ ਵੀ ਸਟੱਡੀ ਕਰਕੇ, ਉਹਨਾਂ ਦਾ ਅਧਿਐਨ ਕਰਕੇ, ਉਹਨਾਂ ਦੀ ਜਾਣਕਾਰੀ ਅਨੁਸਾਰ ਵੀ ਫਿੱਕਾ ਬੋਲਣ ਦਾ ਹਸ਼ਰ ਦੱਸਿਆ ਹੈ। ਨਿਬੰਧ ਵਿੱਚ ਲੇਖਕ ਨੇ ਕੀਰਤ ਅਤੇ ਨਾਲ ਨਾਲ ਮਿੱਠਾ ਬੋਲਣ ਦਾ ਖੁਦ ਅਤੇ ਦੂਸਰਿਆਂ ਦੀ ਸ਼ਖਸੀਅਤ ਉੱਪਰ ਕੀ ਪ੍ਰਭਾਵ ਪੈਂਦਾ ਹੈ ਦਾ ਜ਼ਿਕਰ ਕੀਤਾ ਹੈ।
ਗੁਰਬਾਣੀ ਨੂੰ ਆਧਾਰ ਬਣਾ ਕੇ ਇਹਨਾਂ ਵਿਸ਼ਿਆਂ ਦੇ ਨਾਲ ਫਿੱਕਾ ਬੋਲਣ ਵਾਲੇ ਦਾ ਹਸ਼ਰ ਵੀ ਸਹਿਜਤਾ ਨਾਲ ਬਿਆਨ ਕੀਤਾ ਹੈ ਕਿ ਜਿਹੜਾ ਫਿੱਕਾ ਬੋਲਦਾ ਹੈ ਉਹਦੇ ਮੂੰਹ ਚੋਂ ਲਾਰਾ ਡਿੱਗਦੀਆਂ ਹਨ, ਉਹ ਪ੍ਰਮਾਤਮਾ ਦੇ ਦਰ ਤੋਂ ਜੁੱਤੀਆਂ ਪ੍ਰਾਪਤ ਕਰਦਾ ਹੈ। ਸੋ ਇਹ ਕੁਦਰਤ ਜਿਹੜੀ ਹੈ ਉਹ ਹੋਰ ਕੁਝ ਨਹੀਂ, ਸਵਰਗ ਤੇ ਨਰਕ ਇਸ ਕੁਦਰਤ ਵਿੱਚ ਹੀ ਹਨ। ਲੇਖਕ ਨੁਕਤਾਚੀਨੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਇਸ ਬਾਰੇ ਵੀ ਪ੍ਰਸ਼ਨ ਪੁੱਛਦਾ ਹੈ। ਇਸ ਤੋਂ ਇਲਾਵਾ ਆਚਰਣ ਦੀ ਗੱਲ ਵੀ ਬੜੀ ਵਧੀਆ ਤਰੀਕੇ ਨਾਲ ਦੱਸੀ ਗਈ ਹੈ। ਲੇਖਕ ਉੱਚੇ ਆਚਰਣ ਵਾਲੇ ਵਿਅਕਤੀਆਂ ਦੀ ਅਲੱਗ ਪਛਾਣ ਅਤੇ ਸਾਦਗੀ ਦਾ ਵੀ ਜ਼ਿਕਰ ਸਰਲਤਾ ਸਹਿਜਤਾ ਨਾਲ ਕਰਦਾ ਹੈ। ਇੱਥੇ ਲੇਖਕ ਕੀਰਤ ਕਿਵੇਂ ਹੈ ਆਚਰਣ ਹੋ ਨਿਬੜਦੀ ਹੈ, ਭਾਵ ਸਾਡੀ ਕੀਰਤ ਜਿਹੜੀ ਹੈ, ਸਿਫਤ ਸਲਾਹ ਕੀਤੀ ਹੋਈ ਜਿਹੜੀ ਸਾਡੀ ਕੀਰਤ ਹੈ, ਉਹ ਸਾਡਾ ਆਚਰਣ ਕਿਵੇਂ ਬਣ ਜਾਂਦੀ ਹੈ, ਇਸ ਦਾ ਵੀ ਜ਼ਿਕਰ ਕਰਦਾ ਹੈ। ਲੇਖਕ ਨੇ ਅਥਾਹ ਪਰਮਾਤਮਾ ਦੀ ਕੀਰਤ ਅਤੇ ਵਿਸਮਾਦ ਸਥਿਤੀ ਗੱਲ ਕੀਤੀ ਹੈ ਤੇ ਮੈਨੂੰ ਉਮੀਦ ਹੈ ਤੁਹਾਨੂੰ ਇਸ ਵੀਡੀਓ ਦੇ ਥਰੂ ਇਸ ਚੈਪਟਰ ਦੀ ਸਮਝ ਆ ਗਈ ਹੋਵੇਗੀ। ਧੰਨਵਾਦ।